ਅੱਜ ਆਪਾਂ AC ਐਂਡ DC ਬਾਰੇ ਪੜ੍ਹਾਂਗੇ। ਆਪਾਂ ਇਹਨਾਂ ਦੇ ਦੋਨੇ ਵਿਚਕਾਰ ਦਾ ਜਿਹੜਾ ਡਿਫਰੈਂਸ ਹੈ ਉਹਨੂੰ ਸਮਝਾਂਗੇ। ਫਸਟ ਆਪਾਂ AC ਕਰੰਟ ਬਾਰੇ ਪੜ੍ਹਾਂਗੇ। AC ਕਰੰਟ ਦਾ ਪੂਰਾ ਨਾਮ ਹੁੰਦਾ ਹੈ ਅਲਟਰਨੇਟਿੰਗ ਕਰੰਟ। ਅਲਟਰਨੇਟਿੰਗ ਮਤਲਬ ਜਿਹੜਾ ਆਪਦੀ ਵੈਲਿਊ ਨੂੰ ਕੀ ਹੈ ਚੇਂਜ ਕਰਦਾ ਰਹਿੰਦਾ ਹੈ। ਜਿਹੜਾ AC ਕਰੰਟ ਦਾ ਜੋ ਸਿਗਨਲ ਹੁੰਦਾ ਹੈ ਉਹ ਇਸ ਪ੍ਰਕਾਰ ਹੁੰਦਾ ਹੈ। ਇਹ ਵਿਦ ਰਿਸਪੈਕਟ ਟੂ ਟਾਈਮ ਚੇਂਜ ਹੁੰਦਾ ਰਹਿੰਦਾ ਹੈ। ਹੁਣ AC ਕਰੰਟ ਦੇ ਵਿੱਚ ਪੋਜ਼ਿਟਿਵ ਸਾਈਕਲ ਅਤੇ ਹਾਫ ਸਾਈਕਲ ਦੋਨੇ ਆਉਂਦੇ ਆ ਅਤੇ ਇਹ ਅਲਟਰਨੇਟਿੰਗ ਮਤਲਬ ਇਹ ਵਾਰੀ ਚੇਂਜ ਹੁੰਦਾ ਰਹਿੰਦਾ, ਤਾਂ ਕਰਕੇ ਇਸ ਨੂੰ ਅਲਟਰਨੇਟਿੰਗ ਕਰੰਟ ਕਹਿੰਦੇ ਹਨ। ਮਤਲਬ ਅਲਟਰਨੇਟਿੰਗ ਕਰੰਟ ਦੇ ਵਿੱਚ ਮੈਗਨੀਚਿਊਡ ਮਤਲਬ ਕੀਮਤ ਐਂਡ ਡਾਇਰੈਕਸ਼ਨ ਚੇਂਜ ਹੁੰਦੀ ਰਹਿੰਦੀ ਹੈ। ਆ ਤੁਸੀਂ ਸਿਗਨਲ 'ਚ ਦੇਖ ਰਹੇ ਹੋ, ਪਹਿਲਾਂ ਇਹ ਸਿਗਨਲ 0 ਜਾਂਦਾ ਹੈ, ਫਿਰ ਮੈਕਸਿਮਮ, ਫਿਰ 0, ਫਿਰ ਮਿਨੀਮਮ, ਠੀਕ ਹੈ ਜੀ, ਫਿਰ 0 ਆਉਂਦਾ ਹੈ, ਤਾਂ ਕਿ ਇਹ ਕੀ ਆਪਣੀ ਮੈਗਨੀਟਿਊਡ ਚੇਂਜ ਕਰਦਾ ਅਤੇ ਡਾਇਰੈਕਸ਼ਨ ਵੀ ਚੇਂਜ ਕਰ ਰਿਹਾ ਹੈਗਾ। ਹੁਣ ਇਹਦੀ ਜਿਹੜੀ ਚੇਂਜ ਕਰਨ ਦੀ ਗਤੀ ਹੁੰਦੀ ਹੈ ਵਿਦ ਰਿਸਪੈਕਟ ਟੂ ਟਾਈਮ, ਉਹ ਫ੍ਰੀਕੁਐਂਸੀ ਹੁੰਦੀ ਹੈ ਵੀ ਜਿਹਨੂੰ ਆਪਾਂ ਬਾਰੰਬਾਰਤਾ ਕਹਿੰਦੇ ਹਾਂ। ਮਤਲਬ ਇਹ ਜਿਹੜਾ ਸਾਈਕਲ ਹੈ ਉਹ ਕਿੰਨੇ ਟਾਈਮ ਬਾਅਦ ਰਿਪੀਟ ਹੋ ਰਿਹਾ ਹੈ। ਤਾਂ ਆਪਣੇ ਜਿਹੜੀ ਇੰਡੀਆ ਦੀ ਫ੍ਰੀਕੁਐਂਸੀ ਹੈ ਉਹ 50 ਹਰਟਜ਼ ਹੈ। ਤਾਂ ਇਹ ਜਿਹੜਾ ਇਹ ਸਾਈਕਲ ਹੈ ਉਹ 1 ਸੈਕਿੰਡ ਦੇ ਵਿੱਚ 50 ਵਾਰ ਰਿਪੀਟ ਹੁੰਦਾ ਹੈ, ਠੀਕ ਹੈ। ਜਿਹੜੇ ਆਪਣੇ ਜੋ ਵੀ ਆਪਣੇ ਬਲਬ ਚੱਲਦੇ ਹੈ, ਟਿਊਬਾਂ ਚੱਲਦੀਆਂ, ਉਹਦੇ ਵਿੱਚ ਜਿਹੜੀ ਸਪਲਾਈ ਆਪਣੀ AC ਸਪਲਾਈ ਹੁੰਦੀ ਹੈ ਉਹ 0 ਵੀ ਬੰਦ ਵੀ ਹੁੰਦੀ ਹੈ, ਔਨ ਹੁੰਦੀ ਹੈ, ਫਿਰ ਬੰਦ ਹੁੰਦੀ ਹੈ। ਇਹ ਆਪਾਂ ਨੂੰ ਪਤਾ ਨਹੀਂ ਲੱਗਦਾ ਕਿਉਂਕਿ ਇਹ 1 ਸੈਕਿੰਡ ਦੇ ਵਿੱਚ 50 ਵਾਰੀ ਔਨ ਆਫ ਹੁੰਦੀ ਹੈ, ਇਸ ਕਰਕੇ ਆਪਾਂ ਨੂੰ ਪਤਾ ਨਹੀਂ ਲੱਗਦਾ। ਤਾਂ ਜਿਹੜੀ ਆਪਣੀ ਫ੍ਰੀਕੁਐਂਸੀ ਹੈ ਜੀ ਇਹ ਕੀ ਹੁੰਦੀ ਹੈ 1/, ਟਾਈਮ ਪੀਰੀਅਡ। ਤਾਂ ਆਪਣੇ ਇੰਡੀਆ ਦੀ ਜਿਹੜੀ ਫ੍ਰੀਕੁਐਂਸੀ ਉਹ ਕਿੰਨੀ ਹੁੰਦੀ ਹੈ 50 ਹਰਟਜ਼। ਤਾਂ ਇੱਥੇ ਆਪਾਂ ਜੇ 1 ਸਾਈਕਲ ਦਾ ਟਾਈਮ ਪੀਰੀਅਡ ਕੱਢਣਾ ਹੋਵੇ ਤਾਂ 1/50। ਜਦੋਂ ਆਪਾਂ ਸੋਲਵ ਕਰਾਂਗੇ 0.02 ਸੈਕਿੰਡ ਹੁੰਦਾ ਹੈ, ਜਾਂ ਇਹਨੂੰ ਆਪਾਂ 20 ਮਿਲੀ ਸੈਕਿੰਡ ਵੀ ਲਿਖ ਸਕਦੇ ਹਾਂ। ਮਤਲਬ ਕਿ ਇਹ ਜਿਹੜਾ 1 ਸਾਈਕਲ ਹੈ ਉਹ 20 ਮਿਲੀ ਸੈਕਿੰਡ ਦੇ ਵਿੱਚ ਪੂਰਾ ਹੁੰਦਾ, ਸਾਈਕਲ ਪੂਰਾ ਕਰਦਾ ਹੈ। ਤਾਂ ਹਾਫ ਸਾਈਕਲ ਜਿਹੜਾ ਇਹਨਾਂ ਹਾਫ ਸਾਈਕਲ ਹੁੰਦਾ ਉਹ ਕਿੰਨਾ ਹੋਊਗਾ ਫਿਰ 1/20 ਮਤਲਬ 10 ਮਿਲੀ ਸੈਕਿੰਡ। ਤਾਂ ਜਿਹੜਾ ਹਾਫ ਸਾਈਕਲ ਹੁੰਦਾ ਹੈ AC ਦਾ ਉਹ 10 ਮਿਲੀ ਸੈਕਿੰਡ 'ਚ ਪੂਰਾ ਹੁੰਦਾ ਇਨ ਕੇਸ ਆਫ ਜੇ ਫ੍ਰੀਕੁਐਂਸੀ ਆਪਣੇ ਕੋਲੇ 50 ਹਰਟਜ਼ ਹੈ। ਤਾਂ ਅਲਟਰਨੇਟਿੰਗ 'ਚ ਮਤਲਬ ਕਿ ਆਪਣੀ ਜਿਹੜੀ ਸਿਗਨਲ ਕੀ ਆ ਉਹ ਚੇਂਜ ਹੁੰਦਾ ਰਹਿੰਦਾ ਹੈ। ਤਾਂ DC ਦੇ ਵਿੱਚ ਜੋ ਵੇਵਫਾਰਮ ਹੁੰਦੀ ਹੈ ਉਹ ਇਸ ਪ੍ਰਕਾਰ ਹੁੰਦੀ ਹੈ। DC ਦੇ ਵਿੱਚ ਮੈਗਨੀਟਿਊਡ ਚੇਂਜ ਨਹੀਂ ਹੁੰਦਾ। ਤੁਸੀਂ ਇਸ ਵੇਵਫਾਰਮ 'ਚ ਦੇਖ ਰਹੇ ਹੋ ਜਿਹੜੀ ਉਹਦੀ ਵੈਲਿਊ ਹੈ ਉਹ ਸੇਮ ਹੀ ਜਾ ਰਹੀ ਹੈ। ਇਸ ਵਿੱਚ ਨਾ ਪੋਜ਼ਿਟਿਵ ਅਤੇ ਨੈਗੇਟਿਵ ਹਾਫ ਸਾਈਕਲ ਨਹੀਂ ਆਉਂਦਾ। ਜੇ ਵੈਲਿਊ ਪੋਜ਼ਿਟਿਵ ਹੈ ਤਾਂ ਪੋਜ਼ਿਟਿਵ ਹੀ ਚੱਲੇਗੀ, ਜੇ ਨੈਗੇਟਿਵ ਹੈ ਤਾਂ ਨੈਗੇਟਿਵ ਹੀ ਚੱਲੇਗੀ। ਇਹ ਜਿਹੜਾ ਆਪਣਾ DC ਸਿਗਨਲ ਹੁੰਦਾ ਹੈ ਇਹ ਫ੍ਰੀਕੁਐਂਸੀ 'ਤੇ ਕੀ ਹੈ ਡਿਪੈਂਡ ਨਹੀਂ ਕਰਦਾ। ਇਸ ਦੀ ਜਿਹੜੀ ਫ੍ਰੀਕੁਐਂਸੀ ਆ ਉਹ 0 ਹਰਟਜ਼ ਹੁੰਦੀ ਹੈ। ਤਾਂ DC ਸਪਲਾਈ ਦੇ ਵਿੱਚ ਸਿਗਨਲ ਵਿੱਚ ਮੈਗਨੀਟਿਊਡ ਸੇਮ ਹੁੰਦਾ ਹੈ ਅਤੇ ਡਾਇਰੈਕਸ਼ਨ ਕੀ ਹੈ ਚੇਂਜ ਨਹੀਂ ਹੁੰਦੀ। ਤਾਂ ਹੁਣ ਤੱਕ ਜਿਹੜਾ ਆਪਾਂ ਹੁਣ AC ਅਤੇ DC ਦਾ ਡਿਫਰੈਂਸ ਸਮਝਿਆ ਹੈ ਵੀ ਜਿਹੜਾ AC ਕਰੰਟ ਹੁੰਦਾ ਹੈ ਉਸ ਦਾ ਜੋ ਸਿਗਨਲ ਹੈ ਉਹ ਕੀ ਹੈ ਚੇਂਜ ਹੁੰਦਾ ਰਹਿੰਦਾ ਹੈ। ਮਤਲਬ ਉਹਦੀ ਵੈਲਿਊ ਅਤੇ ਡਾਇਰੈਕਸ਼ਨ ਦੋਨੇ ਚੇਂਜ ਹੁੰਦੀਆਂ ਹਨ ਅਤੇ ਉਹ ਫ੍ਰੀਕੁਐਂਸੀ 'ਤੇ ਕੀ ਹੈ ਡਿਪੈਂਡ ਕਰਦਾ ਹੈ। ਜਿਹੜੀ ਇੰਡੀਆ 'ਚ ਫ੍ਰੀਕੁਐਂਸੀ ਚੱਲਦੀ ਹੈ ਉਹ ਕਿੰਨੀ ਹੈ 50 ਹਰਟਜ਼। ਅਤੇ DC ਦੇ ਕੇਸ ਵਿੱਚ ਜਿਹੜਾ ਉਹਦਾ ਮੈਗਨੀਟਿਊਡ ਹੈ ਉਹ ਸੇਮ ਰਹਿੰਦਾ ਹੈ ਅਤੇ ਡਾਇਰੈਕਸ਼ਨ ਵੀ ਉਹਦੀ ਚੇਂਜ ਨਹੀਂ ਹੁੰਦੀ ਅਤੇ ਉਸ ਦੀ ਫ੍ਰੀਕੁਐਂਸੀ ਕਿੰਨੀ ਹੁੰਦੀ ਹੈ 0 ਹਰਟਜ਼। ਇਨ ਕੇਸ ਆਫ AC ਆਪਾਂ ਵੋਲਟੇਜ ਨੂੰ ਵਧਾ ਜਾਂ ਘਟਾ ਸਕਦੇ ਹਾਂ ਵਿਦ ਦਾ ਹੈਲਪ ਆਫ ਟਰਾਂਸਫਾਰਮਰ, ਬਟ ਇਨ ਕੇਸ ਆਫ DC ਆਪਾਂ ਵੋਲਟੇਜ ਨੂੰ ਘਟਾ ਵਧਾ ਨਹੀਂ ਸਕਦੇ ਅਤੇ ਘਟਾ ਵਧਾਉਣ ਵਾਸਤੇ ਆਪਾਂ ਨੂੰ ਕੋਸਟ ਬਹੁਤ
ਹਾਈ ਜਾ ਵੜਦੀ ਹੈ, ਕਿਉਂਕਿ ਇਸ ਵਿੱਚ ਆਪਾਂ ਨੂੰ ਕਨਵਰਟਰ ਵਰਤੇ ਜਾਂਦੇ ਹਨ। ਆਪਾਂ ਨੂੰ ਪਤਾ ਹੈ ਵੀ ਜਦੋਂ ਆਪਾਂ ਰੈਕਟੀਫਾਇਰ ਦੀ ਮਦਦ ਨਾਲ ਏਸੀ ਨੂੰ ਡੀਸੀ 'ਚ ਕਨਵਰਟ ਕਰ ਸਕਦੇ ਹਾਂ। ਤਾਂ ਪਹਿਲਾਂ ਜੇ ਆਪਾਂ ਡੀਸੀ ਵੋਲਟੇਜ ਨੂੰ ਕਨਵਰਟ ਕਰਨਾ ਹੈ ਤਾਂ ਪਹਿਲਾਂ ਕਨਵਰਟਰ ਲਾਉਣੇ ਪੈਣਗੇ, ਫਿਰ ਟਰਾਂਸਫਾਰਮਰ, ਫਿਰ ਕਨਵਰਟਰ। ਤਾਂ ਕੀ ਹੈ, ਡੀਸੀ ਦੇ ਕੇਸ ਵਿੱਚ ਵੋਲਟੇਜ ਨੂੰ ਸਟੈਪ ਅਪ ਜਾਂ ਸਟੈਪ ਡਾਊਨ ਕਰਨਾ ਕੋਸਟਲੀ ਹੈ। ਨੈਕਸਟ ਹੈ ਕਰੰਟ ਇਨ ਏਸੀ ਸਿਸਟਮ ਐਂਡ ਇਨ ਡੀਸੀ ਸਿਸਟਮ। ਏਸੀ ਸਿਸਟਮ 'ਚ ਜੋ ਕਰੰਟ ਦੀ ਵੈਲਿਊ ਹੈ ਉਹ ਹੁੰਦੀ ਹੈ V/Z। V ਹੁੰਦੀ ਹੈ ਆਪਣੀ ਅਪਲਾਈਡ ਵੋਲਟੇਜ ਐਂਡ Z ਇਜ਼ ਇੰਪੀਡੈਂਸ। Z ਕਿਹਦੇ ਬਰਾਬਰ ਹੁੰਦਾ ਹੈ, R² ਪਲੱਸ XL ਮਾਈਨਸ XC। ਮਤਲਬ ਇਨ ਏਸੀ ਸਿਸਟਮ ਰਜਿਸਟੈਂਸ ਵੀ ਪ੍ਰੈਜੈਂਟ ਹੁੰਦਾ ਹੈ, XL ਮਤਲਬ ਇੰਡਕਟਿਵ ਰਿਐਕਟੈਂਸ ਵੀ ਹੁੰਦਾ ਹੈ, ਐਂਡ XC ਮਤਲਬ ਕਪੈਸਿਟਿਵ ਰਿਐਕਟੈਂਸ ਵੀ ਹੁੰਦਾ ਹੈ ਇਨ ਕੇਸ ਆਫ ਏਸੀ ਸਿਸਟਮ। ਤਾਂ ਇਹਦਾ ਜਿਹੜਾ ਫੇਜ਼ਰ ਸਮ ਹੁੰਦਾ ਹੈ ਉਹਨੂੰ ਆਪਾਂ ਇੰਪੀਡੈਂਸ ਕਹਿੰਦੇ ਹਾਂ। ਇੰਪੀਡੈਂਸ ਆਪਾਂ ਸੀਰੀਜ਼ ਸਰਕਟ ਦੀ ਕੱਢਦੇ ਹਾਂ। ਤਾਂ ਏਸੀ ਸਿਸਟਮ ਦੇ ਵਿੱਚ R, XL ਐਂਡ XC ਤਿੰਨੇ ਮੌਜੂਦ ਹੁੰਦੇ ਹਨ। ਬਟ ਇਨ ਡੀਸੀ ਕਰੰਟ ਦੀ ਵੈਲਿਊ ਹੁੰਦੀ ਹੈ V/R। ਤਾਂ ਡੀਸੀ ਦੇ ਵਿੱਚ ਓਨਲੀ ਰਜਿਸਟੈਂਸ ਹੁੰਦੀ ਹੈ, XL ਅਤੇ XC ਨਹੀਂ ਹੁੰਦੀ, ਕਿਉਂਕਿ ਡੀਸੀ ਦੀ ਫ੍ਰੀਕੁਐਂਸੀ ਕੀ ਹੁੰਦੀ ਹੈ 0। ਤਾਂ XL ਦੀ ਵੈਲਿਊ ਕਿੰਨੀ ਹੁੰਦੀ ਹੈ, XL = JωL। ਓਮੇਗਾ ਕੀ ਹੁੰਦਾ ਜੀ, ਆਪਣੀ ਫ੍ਰੀਕੁਐਂਸੀ, ਮਤਲਬ 2πf। ਜੇ ਇੱਥੇ ਆਪਾਂ ਫ੍ਰੀਕੁਐਂਸੀ ਦੀ ਵੈਲਿਊ ਪਾ ਦਾਂਗੇ 0 ਤਾਂ XL ਕੀ ਹੋ ਜੂ 0। ਐਂਡ XC ਦਾ ਜੋ ਫਾਰਮੂਲਾ ਹੁੰਦਾ ਹੈ 1/jωc। ਤਾਂ ਇਹਦੇ ਜਦੋਂ ਆਪਾਂ ਫ੍ਰੀਕੁਐਂਸੀ ਦੀ ਵੈਲਿਊ ਭਰ ਦਾਂਗੇ 1/0 ਮਤਲਬ ਇਨਫਿਨਿਟੀ। ਤਾਂ ਇਨ ਕੇਸ ਆਫ ਡੀਸੀ XL ਮਤਲਬ ਇੰਡਕਟਿਵ ਰਿਐਕਟੈਂਸ 0 ਹੋ ਜਾਂਦੀ ਹੈ, ਮਤਲਬ ਸ਼ਾਰਟ ਸਰਕਟ ਦੀ ਤਰ੍ਹਾਂ ਕੰਮ ਕਰਦੀ ਹੈ। ਅਤੇ ਜੋ ਆਪਣੀ XC ਹੁੰਦੀ ਹੈ ਮਤਲਬ ਕਪੈਸਿਟਿਵ ਰਿਐਕਟੈਂਸ ਹੁੰਦੀ ਹੈ, ਉਹ ਕੀ ਹੋ ਜਾਂਦੀ ਹੈ, ਓਪਨ ਸਰਕਟ ਹੋ ਜਾਂਦੀ ਹੈ। ਤਾਂ ਡੀਸੀ ਸਰਕਟ ਦੇ ਵਿੱਚ ਇਕੱਲਾ ਰਜਿਸਟੈਂਸ ਹੀ ਪ੍ਰੈਜੈਂਟ ਹੁੰਦਾ ਹੈ। ਫੋਰਥ ਪੁਆਇੰਟ ਹੈ ਪਾਵਰ। ਇਨ ਸਿੰਗਲ ਫੇਸ ਏਸੀ ਸਿਸਟਮ 'ਚ ਪਾਵਰ ਦੀ ਜੋ ਫਾਰਮੂਲਾ ਹੁੰਦਾ ਹੈ VI cos φ ਹੁੰਦਾ ਹੈ। ਐਂਡ ਇਨ ਕੇਸ ਆਫ DC ਪਾਵਰ ਇਜ਼ ਇਕੁਅਲ ਟੂ VI। ਤਾਂ ਏਸੀ ਸਿਸਟਮ ਦੇ ਵਿੱਚ ਜੋ ਇਹ cos φ ਹੈ ਇਹ ਆਪਣਾ ਪਾਵਰ ਫੈਕਟਰ ਹੁੰਦਾ ਹੈ। ਬਟ ਇਨ ਕੇਸ ਆਫ DC ਪਾਵਰ ਫੈਕਟਰ ਕੀ ਹੈ 1 ਹੁੰਦਾ ਹੈ, ਯੂਨਿਟੀ ਹੁੰਦਾ ਹੈ। ਮਤਲਬ ਰਜਿਸਟੈਂਸ ਇਕੱਲੀ ਡੀਸੀ ਸਿਸਟਮ ਦੇ ਵਿੱਚ ਇਕੱਲੀ ਰਜਿਸਟੈਂਸ ਹੀ ਪ੍ਰੈਜੈਂਟ ਹੁੰਦੀ ਹੈ। ਤਾਂ ਕਰਕੇ ਜੋ ਡੀਸੀ ਸਿਸਟਮ ਦੇ ਵਿੱਚ ਪਾਵਰ ਫੈਕਟਰ ਆ ਉਹ ਕੀ ਹੁੰਦਾ ਹੈ, ਯੂਨਿਟੀ ਹੁੰਦਾ, ਮਤਲਬ 1 ਹੁੰਦਾ ਹੈ। ਤਾਂ ਇੱਥੋਂ ਆਪਾਂ ਨੂੰ ਕੀ ਪਤਾ ਲੱਗਦਾ ਵੀ ਏਸੀ ਸਿਸਟਮ ਦੇ ਵਿੱਚ ਪਾਵਰ ਫੈਕਟਰ 'ਤੇ ਕੀ ਹੈ, ਡਿਪੈਂਡ ਕਰਦਾ ਹੈ। ਬਟ ਡੀਸੀ ਸਿਸਟਮ ਪਾਵਰ ਫੈਕਟਰ 'ਤੇ ਡਿਪੈਂਡ ਨਹੀਂ ਕਰਦਾ, ਉਸ ਦੀ ਵੈਲਿਊ ਫਿਕਸ ਹੁੰਦੀ ਹੈ, ਯੂਨਿਟੀ। ਆਪਣਾ ਪੰਜਵਾਂ ਪੁਆਇੰਟ ਹੈ ਕਨਵਰਜਨ। ਆਪਾਂ ਏਸੀ ਨੂੰ ਡੀਸੀ ਵਿੱਚ ਕਨਵਰਟ ਕਰ ਸਕਦੇ ਹਾਂ ਵਿਦ ਦਾ ਹੈਲਪ ਆਫ ਰੈਕਟੀਫਾਇਰ। ਬਟ ਅੱਜ ਕੱਲ੍ਹ ਆਪਾਂ ਏਸੀ ਨੂੰ ਡੀਸੀ 'ਚ ਕਨਵਰਟ ਕਰਨ ਵਾਸਤੇ SMP ਵਰਤਦੇ ਹਾਂ, ਸਵਿੱਚ ਮੋਡ ਪਾਵਰ ਸਪਲਾਈ। ਇਹ ਤੁਸੀਂ ਸਰਕਟ ਦੇਖੇ ਹੋਣੇ, ਇਲੈਕਟ੍ਰੋਨਿਕ ਸਰਕਟ ਜਿਹੜੇ ਅੱਜ ਕੱਲ੍ਹ ਆਪਣੇ TV, ਮੋਬਾਈਲ ਚਾਰਜਰ 'ਚ ਐਂਡ ਲੈਪਟੋਪ ਦੇ ਚਾਰਜਰ ਉਹਨਾਂ 'ਚ ਆਉਂਦੇ ਆ। ਇਹਨਾਂ ਵਿੱਚ ਜੋ DC ਆਊਟਪੁੱਟ ਆਉਂਦੀ ਹੈ ਉਹ ਕੀ ਹੈ, ਪਿਓਰ DC ਦੇ ਬਰਾਬਰ ਹੁੰਦੀ ਹੈ। ਬਟ ਜਦੋਂ ਆਪਾਂ ਰੈਕਟੀਫਾਇਰ ਵਰਤਦੇ ਹਾਂ ਤਾਂ ਉਹ 'ਚ ਕੀ ਹੈ, ਰਿਪਲ ਆ ਜਾਂਦੇ ਹਨ, AC ਦੇ ਕੰਪੋਨੈਂਟ ਆ ਜਾਂਦੇ ਹਨ। ਕਪੈਸਿਟਰ ਨਾਲ ਉਹਨਾਂ ਨੂੰ ਆਪਾਂ ਰਿਮੂਵ ਤਾਂ ਕਰ ਸਕਦੇ ਹਾਂ, ਪਰ ਉਹ ਕੀ ਹੈ, ਪਿਓਰ DC ਨਹੀਂ ਬਣਦੀ। ਤਾਂ ਅੱਜ ਕੱਲ੍ਹ ਆਪਾਂ SMP ਦੀ ਵਰਤੋਂ ਕਰਦੇ ਹਾਂ। DC ਨੂੰ AC ਵਿੱਚ ਕਨਵਰਟ ਕਰਨ ਵਾਸਤੇ ਆਪਾਂ ਇਨਵਰਟਰ ਵਰਤਦੇ ਹਾਂ। ਇਨਵਰਟਰ ਅੱਜ ਕੱਲ੍ਹ ਆਮ ਤੌਰ 'ਤੇ ਆਪਾਂ ਘਰਾਂ ਵਿੱਚ ਵਰਤਦੇ ਹਾਂ। ਇਨਵਰਟਰ ਕੀ ਕਰਦਾ ਜੀ, ਪਹਿਲਾਂ AC ਸਪਲਾਈ ਨੂੰ DC 'ਚ ਕਨਵਰਟ ਕਰਦਾ ਹੈ
ਅਤੇ ਉਸ ਨੂੰ ਸਟੋਰ ਕਰਦਾ ਹੈ ਅਤੇ ਬਾਅਦ ਵਿੱਚ ਜਦੋਂ ਸਪਲਾਈ ਬੰਦ ਹੋ ਜਾਂਦੀ ਹੈ ਤਾਂ ਇਹ ਕੀ ਹੈ, ਉਸੇ ਸਟੋਰ ਹੋਈ DC ਸਪਲਾਈ ਨੂੰ AC 'ਚ ਕਨਵਰਟ ਕਰਕੇ ਲੋਡ ਨੂੰ AC ਲੋਡ ਨੂੰ ਚਲਾਉਂਦਾ ਹੈ। ਸਟੋਰੇਜ, ਨੈਕਸਟ ਪੁਆਇੰਟ ਆਪਣਾ ਸਟੋਰੇਜ। AC ਸਪਲਾਈ ਨੂੰ ਸਟੋਰ ਨਹੀਂ ਕੀਤਾ ਜਾ ਸਕਦਾ ਬਟ DC ਸਪਲਾਈ ਨੂੰ ਸਟੋਰ ਕੀਤਾ ਜਾ ਸਕਦਾ ਹੈ ਇਨ ਬੈਟਰੀ। ਨੈਕਸਟ ਪੁਆਇੰਟ ਹੈ ਲੋਸ। ਜਦੋਂ ਆਪਾਂ AC ਸਪਲਾਈ ਨੂੰ ਟਰਾਂਸਮਿਸ਼ਨ ਕਰਦੇ ਹਾਂ ਤਾਂ ਉਸ ਵਿੱਚ ਲੋਸ ਕੀ ਹੈ, ਬਹੁਤ ਘੱਟ ਹੁੰਦੇ ਆ ਕਿਉਂਕਿ ਆਪਾਂ ਉਸ ਵਿੱਚ ਵੋਲਟੇਜ ਨੂੰ ਘਟਾ ਵਧਾ ਸਕਦੇ ਹਾਂ ਟਰਾਂਸਫਾਰਮਰ ਦੀ ਮਦਦ ਨਾਲ। ਬਟ ਇਨ ਕੇਸ ਆਫ DC ਜਿਹੜੇ ਲੋਸ ਹੁੰਦੇ ਆ ਟਰਾਂਸਮਿਸ਼ਨ ਦੇ ਉਹ ਕੀ ਬਹੁਤ ਜ਼ਿਆਦਾ ਹੁੰਦੇ ਆ। AC ਵੋਲਟੇਜ ਨੂੰ ਆਪਾਂ ਹਾਈ ਵੈਲਿਊ 'ਤੇ ਪ੍ਰੋਡਿਊਸ ਕਰ ਸਕਦੇ ਹਾਂ ਬਟ DC ਵੋਲਟੇਜ ਨੂੰ ਆਪਾਂ ਹਾਈ ਵੈਲਿਊ 'ਤੇ ਪ੍ਰੋਡਿਊਸ ਨਹੀਂ ਕਰ ਸਕਦੇ। ਸੋ ਅੱਜ ਦਾ ਆਪਣਾ ਟੌਪਿਕ ਸੀ AC ਐਂਡ DC। ਅੱਜ ਆਪਾਂ ਉਹਨਾਂ ਦਾ ਡਿਫਰੈਂਸ ਪੜ੍ਹਿਆ ਵੀ ਇਹਨਾਂ ਦੋਨਾਂ ਸਿਸਟਮ ਵਿੱਚ ਕੀ ਡਿਫਰੈਂਸ ਹੁੰਦਾ ਹੈ। ਮੈਨੂੰ ਉਮੀਦ ਹੈ ਤੁਹਾਨੂੰ ਸਮਝ ਆਇਆ ਹੋਊਗਾ। ਧੰਨਵਾਦ।